सतनाम श्री वाहिगुरु साहिब जी। हर जीरे एक टेक तो लाहे बडानी आस। नानक नाम तिहाइयै कारज आवे रस। ज्ञान अंजन गुर दिया अज्ञान अंधेर विनाश। हर कृपा ते संत भेटिया नानक मन परगास। सतनाम श्री वाहिगुरु साहिब जी। यही गावा जियो तर मैं तो बसे पंच किरसाना। नैनू नकटो श्रवणो रसपत इंद्री किया न माना। देई गावा जियो तर मैं तो बसे पंच किरसाना। नैनो नकटो श्रवणो रसपत इंद्री किया न माना। बाबा अब न बसों ए गाँव करी करी का लिखा मांगे। कायथ चेतु नाओ रहा धर्म राय जब लेखा मांगे। बाकी निकसी भारी पंच किरसानवा पाग गए। ले बांध्यो जियो दरबारी कह कबीर सुनो रे संतो। खेत ही करो निबेरा अब की बार बख्श बंदे को बौर ना पाओ जल फेरा। कह कबीर सुनो रे संतो खेत ही करो निबेरा। अब की बार बख्श बंदे को बौर ना पाओ जल फेरा। वाहिगुरु जी का खालसा वाहिगुरु जी की फतेह। सन्मानयोग गुरु साध संगत जीओ, आप जी सारे ही वडभागी जीव हो जो घर विच बैठ के सतगुरु धन साहिब श्री गुरु ग्रंथ साहिब जी की शब्द की विचार सरवण कर रहे हो। एक उपराला है घर बैठिया संगतां तक सतगुरु पातशाह जी के शब्द के विचार पुजाई जा सके ताकि सानू गुरु पातशाह की बाणी की सोझी हो सके।
ਸਤਿਗੁਰੂ ਪਾਤਸ਼ਾਹ ਬਾਣੀ ਦੇ ਅੰਦਰ ਸਾਨੂੰ ਕੀ ਉਪਦੇਸ਼ ਦੇ ਰਹੇ ਹਨ ਅਤੇ ਉਸ ਉਪਦੇਸ਼ ਨੂੰ ਸਰਵਣ ਕਰਕੇ, ਉਸ ਉਪਦੇਸ਼ ਨੂੰ ਸਮਝ ਕੇ ਅਸੀਂ ਆਪਣੇ ਜੀਵਨ ਦੇ ਅੰਦਰ ਉਸ ਉਪਦੇਸ਼ ਨੂੰ ਵਰਤ ਕੇ, ਉਸ ਅਨੁਸਾਰ ਜੀਵਨ ਨੂੰ ਢਾਲ ਕੇ ਆਪਣੇ ਜੀਵਨ ਨੂੰ ਸਫਲ ਕਰ ਸਕੀਏ। ਜੋ ਸਾਡਾ ਜੀਵਨ ਮਨੋਰਥ ਹੈ ਸੰਸਾਰ ਵਿੱਚ ਆਉਣ ਦਾ। ਧਰਮ ਦੀ ਦੁਨੀਆ ਦੇ ਅੰਦਰ ਜੋ ਮਨੁੱਖ ਉਸ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਜਿਸ ਨੂੰ ਮਨੁੱਖਤਾ ਨੇ, ਦੁਨੀਆ ਨੇ ਵੱਖ-ਵੱਖ ਨਾਂ ਦਿੱਤੇ ਹਨ, ਜਿਸ ਨੇ ਜੋ ਉਸ ਪ੍ਰਭੂ ਪਰਮਾਤਮਾ ਦੀ ਵਿਸ਼ੇਸ਼ਤਾ ਨੂੰ ਸਮਝਿਆ, ਉਸ ਦੇ ਗੁਣਾਂ ਨੂੰ ਦੇਖਿਆ, ਉਸੇ ਨਾਮ ਦੇ ਨਾਲ ਉਸ ਪ੍ਰਭੂ ਪਰਮਾਤਮਾ ਨੂੰ ਚੇਤੇ ਕਰਨਾ ਸ਼ੁਰੂ ਕਰ ਦਿੱਤਾ। ਪਰ ਸਤਿਗੁਰੂ ਪਾਤਸ਼ਾਹ ਦੀ ਪਵਿੱਤਰ ਬਾਣੀ ਨੇ ਸਾਨੂੰ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਕਿ ਆ ਮਨੁੱਖ ਪਰਮਾਤਮਾ ਦੇ ਨਾਮ ਦੇ ਉੱਤੇ ਝਗੜੇ ਤਾਂਤੇ ਖੜੇ ਕਰਕੇ ਆਪਸ ਦੇ ਵਿੱਚ ਉਲਝਣ ਤੋਂ ਬਿਹਤਰ ਹੈ ਕਿ ਉਸ ਪ੍ਰਭੂ ਪਰਮਾਤਮਾ ਦੇ ਸਿਧਾਂਤ ਨੂੰ ਸਮਝ ਕੇ, ਜੋ ਪ੍ਰਭੂ ਪਰਮਾਤਮਾ ਦੇ ਗੁਣ ਹਨ ਉਹਨਾਂ ਨੂੰ ਧਾਰਨ ਕਰਨ ਦਾ ਯਤਨ ਕਰਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕੀਤਾ ਜਾਵੇ। ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਉਸ ਪ੍ਰਭੂ ਪਰਮਾਤਮਾ ਦੇ ਨਾਲ ਮਿਲਾਪ ਦੀ ਗੱਲ ਸਤਿਗੁਰੂ ਪਾਤਸ਼ਾਹ ਨੇ ਬਾਣੀ ਦੇ ਅੰਦਰ ਸਮਝਾਉਣ ਦਾ ਯਤਨ ਕੀਤਾ ਹੈ। ਜਦੋਂ ਅਸੀਂ ਜਪਜੀ ਸਾਹਿਬ ਨੂੰ ਪੜ੍ਹਦੇ ਹਾਂ, ਸਤਿਗੁਰੂ ਪਾਤਸ਼ਾਹ ਨੇ ਮਨੁੱਖ ਨੂੰ ਪ੍ਰਵਾਨ ਹੋਣ ਦਾ ਤਰੀਕਾ ਦੱਸਿਆ, ਸਚਿਆਰ ਬਣਨ ਦਾ ਤਰੀਕਾ ਦੱਸਿਆ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਲ, ਹੁਕਮ ਰਜ਼ਾਈ ਚਲਨਾ, ਨਾਨਕ ਲਿਖਿਆ ਨਾਲ। ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਆ ਮਨੁੱਖ ਉਸ ਦਰ ਦੇ ਉੱਤੇ ਪ੍ਰਵਾਨ ਕਿਵੇਂ ਹੋਵੇਗਾ, ਸਚਿਆਰ ਕਿਵੇਂ ਬਣ ਸਕਦਾ ਹੈ। ਪਰਮਾਤਮਾ ਸੱਚਾ ਹੈ। ਉਸ ਸੱਚੇ ਦੇ ਗੁਣਾਂ ਨੂੰ ਧਾਰਨ ਕਰ ਕਰਕੇ ਜਦੋਂ ਅੰਦਰੋਂ ਦੀ ਕੂੜ ਦੀ ਪਾਲ ਟੁੱਟ ਜਾਵੇ, ਵਿਕਾਰਾਂ ਦੀ ਮੈਲ ਲੱਥ ਜਾਵੇ, ਪੂਰਨ ਤੌਰ ਦੇ ਉੱਤੇ ਸੱਚ ਜੋ ਹੈ ਉਹ ਹਿਰਦੇ ਦੇ ਅੰਦਰ ਪ੍ਰਵੇਸ਼ ਕਰ ਜਾਵੇ ਤੇ ਮਨੁੱਖ ਉਸ ਪ੍ਰਮਾਤਮਾ ਦੀ ਹੁਕਮ ਰਜ਼ਾ ਵਿੱਚ ਚੱਲਦਾ ਹੋਇਆ ਤੂੰ ਸਚਿਆਰ ਬਣ ਸਕਦਾ। ਉਸ ਪ੍ਰਮਾਤਮਾ ਦੇ ਦਰ ਦੇ ਉੱਤੇ ਤੇਰੀ ਪ੍ਰਵਾਨਗੀ ਹੋ ਸਕਦੀ ਹੈ। ਤੂੰ ਉਸ ਪ੍ਰਮਾਤਮਾ ਵਰਗਾ ਹੀ ਹੋ ਜਾਵੇਂਗਾ ਉਹਦੇ ਗੁਣਾਂ ਨੂੰ ਧਾਰਨ ਕਰ ਕਰਕੇ। ਪਰ ਸੰਸਾਰ ਦੇ ਅੰਦਰ ਉਸ ਪ੍ਰਮਾਤਮਾ ਤੱਕ ਪਹੁੰਚਣ ਤੋਂ ਪਹਿਲਾਂ ਮਨੁੱਖ ਦੇ ਜੀਵਨ ਦੇ ਅੰਦਰ ਬਹੁਤ ਵੱਡੀਆਂ ਰੁਕਾਵਟਾਂ ਨੇ ਜੋ ਮਨੁੱਖ ਨੂੰ ਸਚਿਆਰ ਨਹੀਂ ਬਣਨ ਦਿੰਦੀਆਂ। ਅਤੇ ਧਰਮ ਦੀ ਦੁਨੀਆ ਦੇ ਅੰਦਰ ਧਰਮ ਦੇ ਲੋਕਾਂ ਨੇ ਵੱਖ-ਵੱਖ ਫਲਸਫੇ, ਵੱਖ-ਵੱਖ ਕਹਾਣੀਆਂ ਦਰਸਾ ਕੇ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ ਸੀ। ਇਹ ਮਨੁੱਖ ਤੇਰੇ ਰਸਤੇ ਦੇ ਅੰਦਰ ਕਿਹੜੀਆਂ ਰੁਕਾਵਟਾਂ ਨੇ ਜਿਨ੍ਹਾਂ ਕਾਰਨ ਤੂੰ ਧਰਮੀ ਨਹੀਂ ਹੋ ਸਕਦਾ, ਭਾਵ ਤੂੰ ਪਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਨ ਨਹੀਂ ਹੋ ਸਕਦਾ। ਮਾਫ ਕਰਨਾ, ਧਰਮ ਜੋ ਹੈ ਉਹ ਕਿਸੇ ਲਿਬਾਸ ਦਾ ਨਾਂ ਨਹੀਂ ਕਿ ਕਿਸੇ ਨੇ ਕੋਈ ਵਿਸ਼ੇਸ਼ ਲਿਬਾਸ ਪਾਇਆ ਹੋਇਆ ਹੈ ਉਹਨੂੰ ਅਸੀਂ ਧਰਮੀ ਕਹਿ ਦਈਏ। ਧਰਮ ਕਿਸੇ ਵਿਸ਼ੇਸ਼ ਅਸਥਾਨ ਨਾਲ ਜੁੜੇ ਹੋਏ ਦਾ ਨਾਮ ਨਹੀਂ ਕਿ ਕੋਈ ਮਨੁੱਖ ਕਿਸੇ ਵਿਸ਼ੇਸ਼ ਅਸਥਾਨ ਦੇ ਨਾਲ ਜੁੜਿਆ ਹੈ ਇਸ ਕਰਕੇ ਧਰਮੀ। ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਸਮਝਾਉਣ ਦਾ ਯਤਨ ਕੀਤਾ। ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ, ਪਾਪ ਕਮਾਨੈ ਪਾਪੀ ਜਾਨੀਐ। ਸਤਿਗੁਰੂ ਪਾਤਸ਼ਾਹ ਨੇ ਮਨੁੱਖ ਦੇ ਅੰਦਰੋਂ ਇੱਕ ਭੁਲੇਖਾ ਕੱਢਿਆ। ਉਹ ਭੁਲੇਖਾ ਕੀ ਸੀ ਕਿ ਮਨੁੱਖ ਜੋ ਸੀ ਉਹ ਕਿਸੇ ਵਿਸ਼ੇਸ਼ ਅਸਥਾਨ ਨਾਲ ਜੁੜੇ ਹੋਏ ਬੰਦੇ ਦੀ ਪੂਜਾ 'ਚ ਲੱਗ ਜਾਂਦਾ ਸੀ ਕਿ ਇਹ ਇਸ ਅਸਥਾਨ ਦੇ ਨਾਲ ਜੁੜਿਆ ਹੈ, ਇਹ ਇਸ ਸਥਾਨ ਦਾ ਸੰਚਾਲਕ ਹੈ, ਇਹ ਇਸ ਅਸਥਾਨ ਦਾ ਮਾਲਕ ਹੈ, ਇਹ ਇਸ ਅਸਥਾਨ ਦੇ ਦੇਖ ਰੇਖ ਕਰਨ ਵਾਲਾ ਹੈ, ਇਹ ਵੱਡਾ ਧਰਮੀ ਹੋ ਗਿਆ।
ਕੋਈ ਕਿਸੇ ਥਾਂ ਦੇ ਨਾਲ ਜੁੜਿਆ ਹੋਇਆ ਆਪਣੇ ਆਪ ਨੂੰ ਧਰਮੀ ਕਹਾ ਰਿਹਾ ਸੀ। ਸਤਿਗੁਰੂ ਪਾਤਸ਼ਾਹ ਨੇ ਕਿਹਾ ਕੇਵਲ ਕਿਸੇ ਅਸਥਾਨ ਨਾਲ ਜੁੜਿਆ ਕੋਈ ਵੱਡਾ ਧਰਮੀ ਨਹੀਂ ਹੋ ਸਕਦਾ। ਕੇਵਲ ਕੋਈ ਚੰਗੇ ਧਰਮ ਦੇ ਬਸਤਰ ਪਾਇਆ ਜਾਂ ਧਰਮ ਦੇ ਚਿੰਨ੍ਹ ਧਾਰਨ ਕਰ ਲਏ ਉਹਦੇ ਨਾਲ ਕੋਈ ਧਰਮੀ ਨਹੀਂ ਹੋ ਸਕਦਾ। ਇਹ ਭੁਲੇਖਾ ਅੰਦਰੋਂ ਕੱਢਣ ਦਾ ਯਤਨ ਕੀਤਾ ਅਤੇ ਸਮਝਾ ਦਿੱਤਾ ਕਿ ਜੋ ਸੰਸਾਰ ਦੇ ਅੰਦਰ ਧਰਮ ਕਮਾਉਂਦਾ ਹੈ, ਜੋ ਸੱਚ ਕਰਕੇ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਧਾਰਨ ਕਰ ਕਰਕੇ ਸਚਿਆਰ ਬਣ ਜਾਂਦਾ ਹੈ, ਉਹੀ ਉਹ ਸੰਸਾਰ ਦੇ ਅੰਦਰ ਧਰਮੀ ਹੋ ਸਕਦਾ, ਉਸੇ ਨੂੰ ਧਰਮੀ ਕਿਹਾ ਜਾ ਸਕਦਾ। ਨਹੀਂ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜੇ ਸੰਸਾਰ ਦੇ ਅੰਦਰ ਵਿਚਰਦੇ ਨੇ, ਜਿਹੜੇ ਪਾਪ ਕਰਦੇ ਨੇ, ਉਹਨਾਂ ਨੂੰ ਪਾਪੀ ਕਰਕੇ ਮੰਨਿਆ ਜਾਂਦਾ ਹੈ। ਇੱਕ ਭੁਲੇਖਾ ਸੀ ਸੰਸਾਰ ਦੇ ਅੰਦਰ। ਧਰਮੀ ਪੁਰਸ਼ ਜੋ ਧਰਮ ਕਮਾਉਣ ਵਾਲਾ, ਉਸ ਦੀ ਨਕਲ ਕਰਕੇ ਕਈ ਲੋਕੀ ਕੋਈ ਵਿਸ਼ੇਸ਼ ਲਿਬਾਸ ਪਾ ਕੇ ਕਿਸੇ ਵਿਸ਼ੇਸ਼ ਅਸਥਾਨ ਨਾਲ ਜੁੜ ਕੇ ਧਰਮ ਦੇ ਚਿੰਨ੍ਹ ਲੈ ਕੇ, ਧਰਮ ਦੇ ਚਿੰਨ੍ਹ ਧਾਰਨ ਕਰਕੇ ਧਰਮੀ ਹੋਣ ਦਾ ਸੰਸਾਰ ਦੇ ਅੰਦਰ ਪ੍ਰਗਟਾਵਾ ਕਰ ਰਹੇ ਸਨ। ਅੰਦਰ ਧਰਮ ਨਹੀਂ ਸੀ। ਧਰਮ ਤਾਂ ਅੰਦਰੋਂ ਕਮਾਉਣ ਦੀ ਜੁਗਤ ਹੈ, ਅੰਦਰੋਂ ਕਮਾਉਣ ਦੀ ਗੱਲ ਹੈ, ਅੰਦਰੋਂ ਕਮਾਉਣ ਦੀ ਅਵਸਥਾ ਹੈ। ਕੇਵਲ ਬਾਹਰੀ ਜੋ ਭੇਖ ਸੀ ਉਸੇ ਨੂੰ ਧਰਮ ਕਰਕੇ ਮੰਨ ਲਿਆ ਗਿਆ। ਅਤੇ ਧਰਮ ਦੀ ਦੁਨੀਆ ਦੇ ਅੰਦਰ ਬੜੇ ਲੋਕੀ ਇਹੋ ਜਿਹੇ ਸਨ ਜਿਹੜੇ ਕੇਵਲ ਧਰਮ ਦੇ ਨਾਂ ਦੇ ਉੱਤੇ ਠੱਗੀ ਕਰ ਰਹੇ ਸਨ, ਸੱਚ ਕਰਕੇ ਧਰਮੀ ਨਹੀਂ ਸਨ। ਤੇ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ, ਇਹ ਮਨੁੱਖ ਦੁਨੀਆ ਨੂੰ ਧੋਖੇ ਦੇ ਅੰਦਰ ਨਹੀਂ ਤੂੰ ਰੱਖ ਰਿਹਾ, ਸੱਚ ਕਰਕੇ ਤੂੰ ਆਪ ਆਪਣੇ ਆਪ ਨੂੰ ਧੋਖਾ ਦੇ ਰਿਹਾ। ਇੱਕ ਦਿਨ ਤੇਰੇ ਤੋਂ ਲੇਖਾ ਮੰਗਿਆ ਜਾਵੇਗਾ, ਤੇ ਜਿਸ ਦਿਨ ਤੇਰੇ ਤੋਂ ਲੇਖਾ ਮੰਗਿਆ ਜਾਵੇਗਾ, ਇੱਕ ਗੱਲ ਚੇਤੇ ਰੱਖੀ, ਉਗੜ ਗਿਆ ਜੈਸੇ ਖੋਟਾ ਢਬੂਆ, ਨਦਰ ਸਰਾਫਾਂ ਆਇਆ। ਸਾਧੂ ਕਹਿੰਦੇ ਨੇ ਭਾਈ, ਜਿਵੇਂ ਖੋਟਾ ਗਹਿਣਾ ਹੈ ਨਾ, ਕਿਸੇ ਦੇ ਹੱਥ ਦੇ ਵਿੱਚ ਦੇ ਦਿੱਤਾ ਜਾਵੇ, ਦੁਨੀਆ ਦੇ ਕਿੰਨੇ ਲੋਕੀ ਉਸ ਖੋਟੇ ਨਕਲੀ ਗਹਿਣੇ ਨੂੰ ਅਸਲੀ ਸਮਝ ਕੇ ਸੰਭਾਲਦੇ ਰਹਿਣ, ਪਰ ਜਦੋਂ ਹੀ ਉਹ ਨਕਲੀ ਗਹਿਣਾ ਕਿਸੇ ਸੁਨਾਰ ਦੇ ਹੱਥ ਵਿੱਚ ਆਉਂਦਾ ਹੈ, ਉਹ ਇੱਕਦਮ ਦੇਖਦਿਆਂ ਹੀ ਪਰਖ ਲੈਂਦਾ ਹੈ। ਉਹ ਹੱਥ 'ਚ ਪਕੜਨ ਤੋਂ ਪਹਿਲਾਂ ਹੀ ਕਹਿ ਦਿੰਦਾ ਹੈ ਇਹ ਨਕਲੀ ਹੈ, ਇਹ ਖੋਟਾ ਹੈ, ਇਹ ਪ੍ਰਵਾਨ ਨਹੀਂ ਪਈ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਸੇ ਤਰੀਕੇ ਦੇ ਨਾਲ ਇਹ ਪੁਰਸ਼ਾ, ਜੇ ਕਦੇ ਤੂੰ ਕੇਵਲ ਧਰਮ ਦੇ ਲਿਬਾਸ ਦੇ ਅੰਦਰ ਹੈ, ਵਿਕਾਰਾਂ ਦੇ ਵਿੱਚ ਫਸਿਆ ਹੋਇਆ ਜੀਵਨ ਬਤੀਤ ਕਰ ਰਿਹਾ ਹੈ, ਆਪਣੀਆਂ ਇੰਦਰੀਆਂ ਨੂੰ ਆਪਣੇ ਵਸ ਵਿੱਚ ਨਹੀਂ ਕਰ ਸਕਿਆ, ਫਿਰ ਇੱਕ ਗੱਲ ਚੇਤੇ ਰੱਖੀ, ਜਦੋਂ ਪਰਖ ਹੋਵੇਗੀ ਉਸ ਰੱਬੀ ਦਰਗਾਹ ਦੇ ਅੰਦਰ, ਸਤਿਗੁਰੂ ਕਹਿੰਦੇ ਨੇ ਉਸ ਵੇਲੇ ਉਸ ਖੋਟੇ ਗਹਿਣੇ ਦੀ ਤਰ੍ਹਾਂ ਇੱਕਦਮ ਤੇਰਾ ਪਾਜ ਉਗੜ ਗਿਆ ਜੈਸੇ ਖੋਟਾ ਢਬੂਆ, ਨਦਰ ਸਰਾਫਾਂ ਆਇਆ। ਤੇ ਸਤਿਗੁਰੂ ਕਹਿੰਦੇ ਫਿਰ ਹੋਵੇਗਾ ਕੀ, ਖਰੇ ਪਰਖ ਖਜ਼ਾਨੇ ਪਾਈਐ, ਖੋਟੇ ਸਟੀਐ ਬਾਹਰ ਵਾਰ। ਮਾਰੇ ਕਹਿੰਦੇ ਨੇ ਖਰੇ ਜਿਹੜੇ ਨੇ ਨਾ, ਉਹਨਾਂ ਨੂੰ ਪਰਖ ਕੇ ਖਜ਼ਾਨੇ 'ਚ ਪਾ ਲਿਆ ਜਾਂਦਾ। ਖਰੇ ਜਿਹੜੇ ਨੇ ਨਾ, ਉਹ ਪ੍ਰਵਾਨ ਨੇ। ਅਸਲੀ ਸਿੱਕਾ ਹੋਵੇ, ਅਸਲੀ ਨੋਟ ਹੋਵੇ, ਅਸਲੀ ਗਹਿਣਾ ਹੋਵੇ, ਉਸ ਨੂੰ ਦੁਨੀਆ ਸੰਭਾਲ ਕੇ ਰੱਖਦੀ। ਤੇ ਜਿਸ ਦਾ ਪਤਾ ਲੱਗ ਜਾਵੇ ਖੋਟਾ ਹੈ, ਥੋੜੀ ਦੇਰ ਵਾਸਤੇ ਭੁਲੇਖਾ ਤੇ ਪਾ ਲੈਂਦਾ, ਪਰ ਜਦੋਂ ਖੋਟ ਸਾਹਮਣੇ ਆ ਜਾਵੇ, ਪਤਾ ਲੱਗ ਜਾਵੇ ਖੋਟਾ ਹੈ, ਸਾਧੂ ਕਹਿੰਦੇ ਉਹਨੂੰ ਚੁੱਕ ਕੇ ਬਾਹਰ ਸੁੱਟ ਦਿੱਤਾ ਜਾਂਦਾ। ਤੇ ਮਾਰੇ ਬਖਸ਼ਿਸ਼ ਕਰਦੇ ਨੇ, ਆ ਮਨੁੱਖ ਜੀਵਨ ਦੇ ਅੰਦਰ ਜੋ ਧਰਮ ਦਾ ਜੀਵਨ ਹੈ ਉਸ ਨੂੰ ਠੱਗਣ ਦੇ ਵਾਸਤੇ, ਜੀਵਨ ਨੂੰ ਬਰਬਾਦ ਕਰਨ ਦੇ ਵਾਸਤੇ ਤੇਰੇ ਅੱਗੇ ਪਿੱਛੇ ਵਿਕਾਰ ਜੋ ਨੇ ਉਹ ਘੁੰਮ ਰਹੇ ਨੇ। ਤੇ ਬਾਣੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਨੇ ਜੋ ਅੱਜ ਦਾ ਸ਼ਬਦ ਹੈ, ਇਹਦੇ ਵਿੱਚ ਸਤਿਗੁਰਾਂ ਨੇ ਸਮਝਾਉਣ ਦਾ ਯਤਨ ਕੀਤਾ ਕਿ ਮਨੁੱਖ ਧਰਮ ਵਾਲੇ ਪਾਸੋਂ ਠੱਗਿਆ ਕਿਵੇਂ ਜਾਂਦਾ। ਦੁਨੀਆ ਦੇ ਲੋਕੀ ਜੋ ਧਰਮ ਨੂੰ ਸਮਝਣ ਵਾਲੇ ਨੇ, ਧਰਮ ਦੇ ਅਨੁਸਾਰ ਚੱਲਣ ਵਾਲੇ ਨੇ, ਉਹਨਾਂ ਦੀ ਇੱਕ ਸੋਚ ਹੈ ਕਿ ਸਾਡੇ ਜੋ ਇੰਦਰੇ ਨੇ, ਜਿਹੜੇ ਮਨੁੱਖ ਇੰਦਰੀਆਂ ਨੂੰ ਆਪਣੇ ਵਸ ਵਿੱਚ ਕਰ ਲੈਂਦੇ ਨੇ, ਉਹ ਧਰਮ ਦੇ ਮਾਰਗ ਦੇ ਉੱਤੇ ਪ੍ਰਫੁੱਲਤ ਹੁੰਦੇ ਨੇ, ਉਹ ਧਰਮ ਦੇ ਮਾਰਗ ਦੇ ਉੱਤੇ ਕਾਮਯਾਬ ਹੋ ਜਾਂਦੇ ਨੇ, ਉਹ ਜੀਵਨ ਮਨੋਰਥ ਨੂੰ ਪਾ ਲੈਂਦੇ ਨੇ, ਉਹ ਰੱਬੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੇ ਨੇ। ਤੇ ਜਿਹੜੇ
ਆਪਣੇ ਇੰਦਰੀਆਂ ਦੇ ਵਸ ਦੇ ਵਿੱਚ ਹੋ ਕੇ ਜੀਵਨ ਜਿਉਂਦੇ ਨੇ, ਇੰਦਰੀਆਂ ਦੇ ਗੁਲਾਮ ਹੋ ਜਾਂਦੇ ਨੇ, ਉਹ ਜੀਵਨ ਦੇ ਅੰਦਰ ਸਰੀਰਕ ਮਾਨਸਿਕ ਜੋ ਸੰਤਾਪ ਆ ਉਸ ਨੂੰ ਭੋਗਦੇ। ਤੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਕੇ ਸਮਝਾਉਂਦੇ ਨੇ, ਭਾਈ ਮਨੁੱਖ ਜਿਸ ਨੇ ਇੰਦਰੀਆਂ ਨੂੰ ਆਪਣੇ ਵਸ ਵਿੱਚ ਕਰ ਲਿਆ, ਸਮਝੋ ਉਹ ਜੀਵਨ ਦੀ ਬਾਜੀ ਨੂੰ ਜਿੱਤ ਸਕਦਾ ਹੈ। ਕਿਉਂਕਿ ਜਿੰਨੇ ਵੀ ਵਿਕਾਰ ਨੇ ਉਹਨਾਂ ਨੂੰ ਇਹ ਸਾਡੇ ਜੋ ਇੰਦਰੀ ਨੇ ਇਹੋ ਜਨਮ ਦਿੰਦੇ, ਇਹੋ ਉਤਸ਼ਾਹਤ ਕਰਦੇ ਨੇ। ਤੇ ਅੱਜ ਦੇ ਇਸ ਸ਼ਬਦ ਦੇ ਅੰਦਰ ਰਹਾਉ ਦੀਆਂ ਪੰਕਤੀਆਂ ਨੇ, ਬਾਬਾ ਅਬ ਨਾ ਬਸੋ ਏ ਗਾਉ, ਕਰੀ ਕਰੀ ਕਾ ਲੇਖਾ ਮੰਗੈ, ਕਾਇਤ ਚੇਤੂ ਨਾਓ। ਭਗਤ ਕਬੀਰ ਜੀ ਬਖਸ਼ਿਸ਼ ਕਰ ਰਹੇ ਨੇ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1104 ਦੇ ਉੱਤੇ ਹੈ। ਤੇ ਭਗਤ ਜੀ ਬਖਸ਼ਿਸ਼ ਕਰਦੇ ਨੇ, ਹੈ ਬਾਬਾ ਮੈਂ ਹੁਣ ਇਸ ਪਿੰਡ ਦੇ ਅੰਦਰ ਵਸਣਾ ਨਹੀਂ ਚਾਹੁੰਦਾ, ਰਹਿਣਾ ਨਹੀਂ ਚਾਹੁੰਦਾ। ਕਿਉਂ? ਕਾਰਨ ਕੀ ਹੈ? ਘਰੀ ਘਰੀ ਕਾ ਲੇਖਾ ਮੰਗੈ, ਕਾਇਤ ਚੇਤੋ ਨਾ। ਇੱਕ ਇੱਕ ਘੜੀ ਦਾ ਲੇਖਾ ਮੰਗਿਆ ਜਾ ਰਿਹਾ, ਪਲ ਪਲ ਦਾ ਲੇਖਾ ਮੰਗਿਆ ਜਾ ਰਿਹਾ ਹੈ। ਤੇ ਫਿਰ ਉਹ ਜੋ ਪਟਵਾਰੀ ਹੈ, ਉਹ ਜੋ ਕਾਤਿਬ ਹੈ, ਉਹ ਜੋ ਚਿੱਤਰਗੁਪਤ ਨੇ ਜਿਨ੍ਹਾਂ ਨੇ ਲਿਖ ਕੇ ਰੱਖਿਆ ਹੈ, ਉਹ ਲੇਖਾ ਮੰਗ ਰਹੇ। ਮੈਂ ਬੇਨਤੀ ਕਰਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਇੱਥੇ ਦੋ ਵੱਡੇ ਧਰਮ, ਤਿੰਨ ਜੋ ਸਨ, ਉਹ ਫਿਰਕੇ ਕੰਮ ਕਰ ਰਹੇ ਸੀ। ਇੱਥੇ ਬ੍ਰਾਹਮਣਾਂ ਦਾ ਧਰਮ ਸੀ, ਹਿੰਦੂ ਧਰਮ, ਇੱਥੇ ਇਸਲਾਮਿਕ ਧਰਮ ਸੀ, ਇੱਥੇ ਯੋਗੀਆਂ ਦਾ ਧਰਮ ਸੀ, ਪੰਥ ਸੀ ਉਹਨਾਂ ਦਾ। ਉਹਨਾਂ ਲੋਕਾਂ ਦੇ ਅਨੁਸਾਰ ਉਹਨਾਂ ਦਾ ਆਪਣਾ ਆਪਣਾ ਫਲਸਫਾ ਸੀ ਤੇ ਲੋਕੀ ਉਹਨਾਂ ਦੇ ਅਨੁਸਾਰ ਜੀਵਨ ਜੀ ਰਹੇ ਸਨ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਉਸੇ ਟਰਮੀਨੋਲੋਜੀ ਨੂੰ ਇਸਤੇਮਾਲ ਕਰਕੇ, ਉਹਨਾਂ ਹੀ ਅੱਖਰਾਂ ਨੂੰ ਇਸਤੇਮਾਲ ਕਰਕੇ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ। ਉਸ ਵੇਲੇ ਇਹਨਾਂ ਲੋਕਾਂ ਦੇ ਮਨਾਂ ਦੇ ਅੰਦਰ ਇੱਕ ਖਿਆਲ ਸੀ ਕਿ ਮੌਤ ਤੋਂ ਬਾਅਦ ਇੱਕ ਦਿਨ ਲੇਖਾ ਦੇਣਾ ਹੈ। ਤੇ ਸਤਿਗੁਰੂ ਪਾਤਸ਼ਾਹ ਬਾਣੀ ਦੇ ਅੰਦਰ ਸਮਝਾਉਂਦੇ ਨੇ, ਉਹ ਸਮਝਦੇ ਸਨ ਕੋਈ ਧਰਮਰਾਜ ਹੈ ਉਹ ਬੈਠਾ ਹੋਇਆ ਹੈ, ਕੋਈ ਚਿੱਤਰਗੁਪਤ ਹੈ ਉਹ ਸਾਡੇ ਨਾਲ ਬੈਠਾ ਹੈ, ਉਹ ਸਾਨੂੰ ਦੇਖ ਰਿਹਾ ਹੈ, ਉਹ ਸਾਡੀਆਂ ਸਾਰੀਆਂ ਜੋ ਅਸੀਂ ਕਰਮ ਕਮਾ ਰਹੇ ਹਾਂ ਉਹਨਾਂ ਨੂੰ ਲਿਖਿਆ ਜਾ ਰਿਹਾ, ਉਹਨਾਂ ਨੂੰ ਚਿਤਰਿਆ ਜਾ ਰਿਹਾ ਹੈ। ਆਖਰੀ ਇੱਕ ਦਿਨ ਲੇਖਾ ਦੇਵਾਂਗੇ, ਕੋਈ ਧਰਮਰਾਜ ਲੇਖਾ ਲਵੇਗਾ। ਮੈਂ ਪਿਛਲੀ ਸ਼ਬਦ ਦੇ ਵਿਚਾਰ ਦੇ ਅੰਦਰ ਇਹ ਬੇਨਤੀ ਕੀਤੀ ਸੀ ਕਿ ਭਾਈ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੀ ਸਾਡਾ ਆਪ ਲੇਖਾ ਲੈਣ ਵਾਲਾ ਹੈ। ਨਾਨਕ ਜੀ ਉਪਾਇ ਕੈ ਲਿਖ ਨਾਵੈ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜਿਆ, ਚੁਣ ਵੱਖ ਗੜੈ ਜਜਮਾਲਿਆ। ਆਓ ਨਾ ਪਾਇਣ ਕੂੜਿਆਰ, ਮੋਹ ਕਾਲਾ ਦੋਜਕ ਚਾਲਿਆ, ਤੇਰਾ ਨਾਇਰ ਤੇ ਸੇ ਜਿਨਗੇ ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਵੈ ਧਰਮ ਬਹਾਲਿਆ। ਉਸ ਅਕਾਲ ਪੁਰਖ ਪਰਮਾਤਮਾ ਨੇ ਸੰਸਾਰ ਨੂੰ ਪੈਦਾ ਕਰਕੇ ਹਰ ਜੀਵ ਦੇ ਉੱਤੇ ਧਰਮ ਦਾ ਪਹਿਰਾ ਰੱਖਿਆ ਅਤੇ ਹਰ ਜੀਵ ਤੋਂ ਲੇਖਾ ਉਹ ਅਕਾਲ ਪੁਰਖ ਪਰਮਾਤਮਾ ਆਪ ਲੈਂਦਾ। ਤੇ ਜੇ ਉਹ ਇਹ ਸੀ ਕਿ ਭਈ ਕੋਈ ਧਰਮਰਾਜ ਹੈ, ਤੇ ਸਤਿਗੁਰਾਂ ਨੇ ਇਹ ਸਮਝਾ ਦਿੱਤਾ ਸੀ ਬਾਣੀ ਦੇ ਅੰਦਰ, ਸ਼ਬਦ ਦੀ ਵਿਚਾਰ ਦੇ ਅੰਦਰ ਅਸੀਂ ਸਪਸ਼ਟ ਕੀਤਾ ਸੀ ਇਸ ਗੱਲ ਨੂੰ ਕਿ ਸਤਿਗੁਰਾਂ ਨੇ ਕਿਹਾ ਸੀ ਕਿ ਭਈ ਜੇ ਕਦੇ ਕੋਈ ਜਿਸ ਸ਼ਕਤੀ ਨੂੰ ਤੂੰ ਮੰਨਦਾ ਹੈ, ਤੇ ਫਿਰ ਇੱਕ ਗੱਲ ਚੇਤੇ ਰੱਖੀ, ਇਹੋ ਜਿਹੀਆਂ ਸ਼ਕਤੀਆਂ ਪਰਮਾਤਮਾ ਤੋਂ ਡਰਦੀਆਂ ਨੇ। ਧਰਮ ਰਾਏ ਹੈ ਹਰ ਕਾ ਕੀਆ, ਹਰ ਜਨ ਸੇਵਕ ਨੇੜ ਨਾ ਆਵੇ, ਤਰਾਸ ਤਰਾਸ ਧਰਮ ਰਾਏ ਜਪਤ ਹੈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਸਨ ਕਿ ਭਾਈ ਉਹ ਆਪ ਡਰਦੇ ਨੇ, ਜਿਨ੍ਹਾਂ ਤੋਂ ਤੂੰ ਡਰ ਰਿਹਾ ਹੈ ਨਾ, ਉਹ ਆਪ ਡਰਦੇ ਨੇ। ਉਹ ਕਿਸੇ ਹਰੀਜਨ ਸੇਵਕ ਦੇ ਨੇੜੇ ਨਹੀਂ ਆਉਂਦੇ। ਸਮਝਾਉਣ ਦਾ ਤਰੀਕਾ ਸੀ ਕਿ ਭਾਈ ਮਨੁੱਖ, ਜਿਨ੍ਹਾਂ ਤੋਂ ਤੂੰ ਡਰਦਾ ਹੈ ਉਹ ਆਪ ਹੱਥ ਬਣ ਕੇ ਖੜੇ ਨੇ, ਤੇ ਜਿਹਦੇ ਅੱਗੇ ਉਹ ਹੱਥ ਬਣ ਕੇ ਖੜੇ ਨੇ ਤੂੰ ਉਸ ਨੂੰ ਜਪਣ ਦੀ ਕੋਸ਼ਿਸ਼ ਕਰ, ਉਸ ਪ੍ਰਮਾਤਮਾ ਨੂੰ ਚੇਤੇ ਕਰ। ਤੇ ਜਦੋਂ ਤੂੰ ਉਸ ਪ੍ਰਮਾਤਮਾ ਨੂੰ ਚੇਤੇ ਕਰੇਗਾ, ਪ੍ਰਮਾਤਮਾ ਨੂੰ ਯਾਦ ਕਰੇਗਾ, ਵਿਕਾਰ ਰਹਿਤ ਜੀਵਨ ਹੋ ਜਾਵੇਗਾ, ਇੰਦਰੀਆਂ ਤੇਰੇ ਵਸ ਵਿੱਚ ਰਹਿਣਗੀਆਂ। ਤਾਂ ਸਤਿਗੁਰੂ ਫਿਰ ਬਖਸ਼ਿਸ਼ ਕਰ ਰਹੇ ਸਨ, ਸਮਝਾ ਰਹੇ ਸਨ ਕਿ ਭਾਈ ਮਨੁੱਖ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਕਿ ਫਿਰ ਜਿਸ ਧਰਮਰਾਜ ਤੋਂ ਤੂੰ ਡਰਦਾ ਹੈ ਉਹ ਕਾਗਜ਼ ਹੀ ਫਾੜ ਕੇ ਸੁੱਟ ਦਿੰਦਾ। ਉੱਥੇ ਤੇਰਾ ਲੇਖਾ ਨਹੀਂ ਮੰਗਿਆ ਜਾਂਦਾ, ਤੇਰਾ ਉਹ ਰਸਤਾ ਹੀ ਨਹੀਂ, ਤੇਰਾ ਮਾਰਗ ਜੋ ਹੈ ਵੱਖਰਾ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਅੱਜ ਦੇ ਇਸ ਸ਼ਬਦ ਦੇ ਅੰਦਰ ਸਾਨੂੰ ਇੰਦਰੀ ਜੋ ਨੇ ਠੱਗਣ ਵਾਲੇ, ਉਹਨਾਂ ਦੀ ਗੱਲ ਕਰਕੇ ਸਮਝਾ ਰਹੇ ਨੇ। ਤੇ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ, ਦੇਈ ਗਾਵਾ ਜਿਉ ਤਰ ਮਹਿ ਤੋ,
बसे पंच किरसाना, नैनो नकटो श्रवणो रसपत, इंद्री किया न माना। धर्म की दुनिया के अंदर धर्म नूं मनण वाले लोगों ने 10 इंद्रियां की गल की कि जो 10 इंद्रिय ने वो मनुख के जेकदे वश विच हो जान तो मनुख कदी भी ठगिया नहीं जा सकता, विकार इहदे नेड़े नहीं आ सकते। इहदे विच 5 कर्म इंद्रिय ने, जिहदे विच मूँह है मुख, हथ, पैर, गुदा ते लिंग। ये शरीरक क्रियावां दे वास्ते 5 कर्म इंद्रिय ने जिन्हां राहीं कर्म कमाए जाते। ते 5 जो ने वो ज्ञान इंद्रिय ने जिन्हां राहीं असीं किसी चीज़ का ज्ञान हासिल कर सकते हाँ। वो कन, नेत्र, नासिका, नक, रसना ते चमड़ी। हुण कोई चीज़ गर्म है वो छूया चमड़ी दे नाल पता लग जाता है, कोई चीज़ चुभण वाली है वो चमड़ी दे नाल छूया पता लग जाता, उसकी धार का पता लग जाता है। इस तरीके दे नाल कन्नां दे नाल सुन के किसी चीज़ का ज्ञान हो सकता है, नेत्रां नाल देख के, नासिका दे नाल सूंघ के किते बदबू आ रही है, किते खुशबू आ रही है, ये नासिका दे नाल सानू ज्ञान हो जाता है भई फुल है तो ये खुशबू है, किते गंदगी का ढेर है ये गंदगी आ रही है, गंध आ रही है, या किते कोई होर चीज़ है जिहड़ी हवा नूं प्रदूषित कर रही है, नासिका दस दिंदी है। इस तरीके नाल रसना है जिहदे नाल स्वाद का पता लगता है। हुण ये जो 5 ज्ञान इंद्रिय ने, 5 कर्म इंद्रिय ने, ज्ञान इंद्रियां राहीं फुरने जो ने प्रगट होंदे ते फिर मनुख जो है वो कर्मां दे रूप दे विच उन्हां नूं कमा लैंदा, भावें चंगे कमा लवे भावें माड़े कमा लवे। ज्ञान इंद्रियां दे राहीं कन्नी ये सोझी पै गई कि भाई रोज दी संगत करनी जीवन वास्ते चंगी है, तो मनुख संगत करन नूं चल पैंदा है, कमाउणा शुरू करदा है। उस वेले पैर संगत वाल चलदे, फिर जाके सेवा कर रहा हत्थां दे नाल, फिर जाके उत्थे किसी दे नाल मिठा बोल रहा है, सतगुरु पातशाह कहंदे ने मूँह दे नाल चंगे बचन बोल रहा है, ते फिर वो उस ज्ञान नूं कमा रहा जो ज्ञान उन्हें सरवण किया। अखां दे नाल किसी जरूरतमंद नूं देख लिया, उहदी जे कदे मदद कर लई तो ज्ञान अखां दे राहीं हासिल हो गया। कर्म इंद्रियां दे नाल हत्थां दे नाल किसी दी मदद कर लई ते कर्म इंद्रियां दे नाल कर्म जो है कमाया गया। हुण सतगुरु पातशाह दी बाणी दे अंदर सतगुरु बख्शिश करते हैं, ये जो ज्ञान ते कर्म इंद्रिय ने ना ये बहुत बलवान ने। जे कदे मनुख इन्हां दे वस विच रवे ते मनुख जो है वो विकारी जीवन जीउंदा है, ਉਹਦਾ जीवन विकारां वाला हो जाता है। सतगुरु पातशाह कहते हैं जीवन बर्बाद हो जाता, विकारां वाला जीवन मलीन जीवन जींदा है। ते जे कदे इन्हां नूं अपने वश विच कर लवे, अपने वश विच करके धर्म कमाउणा शुरू कर देवे ते सतगुरु पातशाह कहते हैं फिर धर्मियां वाला जीवन हो जाता। ते हुण भगत जी जो इस शब्द के अंदर बख्शिश कर रहे हैं कि मैं इन्हां इंद्रियां वालों ठगिया गया, ये इंद्रिय मेरे वश के अंदर नहीं। मनुखता नूं समझाया जा रहा है, परथाए साखी महापुरख बोलदे सांझी सगल जहान है। ये गल नहीं कि भगत जी का अपना जीवन माड़ा है, सिर्फ भगत जी मनुखता की अवस्था नूं देख के, आम बंदियां दे हालातां नूं देख के इस गल नूं समझा रहे। ते बाणी दे अंदर सतगुरु बख्शिश करते हैं, ये जो विकार ने, ये जिन्हां विकारां नूं असीं कमा रहे हाँ, ये इंद्रियां दे वश होके कमा रहे हाँ, ते इन्हां दे विचों कोई दुनिया की ताकत नहीं बचा सकती। नैनो नींद पर दृष्ट विकार, श्रवण सोए सुन निंद विचार, रसना सोई लोभ मीठा साध, मन सोया माया बिस्माद। सतगुरु पातशाह एक एक इंद्रिय की गल कर रहे हैं भाई कित्थे कित्थे सुता है। अखां सुतियां ने, नैनो नींद पर दृष्ट विकार, पराई दृष्टि विकारां दे विच। श्रवण सोए सुन निंद विचार, कान जो ने वो हर वेले निंदिया सुनी जा रहे हैं। ते फिर रसना सोही लोभ मीठा साधु, कहते रसना जो है, जबान जो है, ये लोभ दे विच, मिठे स्वादां दे विच फसी हुई है, मिठे स्वादां दे लोभ दे। मन सोया माया बिस्माद, मन माया दे वस दे विच पिया होया, माया दे विच ही सुता पिया है। ते पाच कहते मन सोया माया बिस्माद, इस ग्रह में कोई जागत रहे, साबत वस्तु अपनी लह। इस घर दे अंदर शरीर रूपी घर दे विच कोई एक जागदा हुंदा,
किते अखां जाग जांदियां, किते कन जाग जाते, किते जेवा जाग जाती, किते मन जाग जाता। सतगुरु कहते कोई भी नहीं जागता, सारे सुते। हुण जिस घर दे सारे सुते हो ते घर दे अगे पिछे हर वेले लुटेरे जो ने घूमते हो, ते फिर दरवाजा भी कोई ना होवे रोकण वाला, ते फिर सतगुरु कहते फिर तो घर लुटिया जाता, क्योंकि घर दे सारे ही सुते पे। मारे कहते इस ग्रह में कोई जागत रह, साबत वस्त वो अपनी लहै। कोई एक भी जागदा हुंदा, एक भी जागदा हुंदा तां वो विकारां नूं अंदर ना वड़न दिंदा। एक भी जागदा हुंदा वो इस शरीर दे विचों, हिरदे दे विचों जो नाम रूपी अमृत है उस नूं लुटन ना दिंदा। वो चंगे गुण जो सन वो इन्हां इस हिरदे दा हिस्सा बने रहंदे। वो इहदे अंदरों सेवा नूं बाहर कढदा है, लुट दी विरती पा दिंदा है। वो इहदे अंदरों निमरता बाहर कढदा है, हंकार दी विरती पा दिंदा है। वो इहदे अंदरों मिठे बोलन दा गुण नूं बाहर कढ के कोड़ा बोलन दे जो है अवगुणा भर दिंदा है। सतगुरु कोई भी नहीं सी जागदा। इस ग्रह में कोई जागत रहे, साबत वस्त ओ अपनी लहै, सगल सहेरी अपना रस माती, ग्रह अपने की खबर ना जाती। मुसनहार पंच बटवारे, सूने नगर परे ठगहारे। सतगुरु सारियां सहेरियां इंद्रियां दे वश विच पे होए, हर जो साडी इंद्रे ने उन्हां दे वश विच असीं फसे होए, साडे अंदर जो अवगुण प्रगट हो रहे ने। ते सतगुरु कहंदे ने उन ते राखै बाप ना माई, उन ते राखै मीत ना पाई। दुनिया दे विच किसे मनुख दे उत्ते कोई मुसीबत बने, कोई मनुख दुनियावी तौर दे उत्ते दुनियावी माल असबाब उहदा लुटिया जान लगदा होवे, शरीर किते दुनियावी रोगां दे नाल रोगी होना शुरू होवे, शरीरक रोगां दे नाल, तां फिर कोई मदद कर सकदा। किते भरा, किते भैन, किते माता, किते पिता, कोई संबंधी किसी ना किसी तरीके की मदद कर सकता, भाई किसी के इलाज वास्ते 4 पैसे दे दईए, या किसी का कोई नुकसान हो गया वो पैसे 4 दे के वो नुकसान पूरा कर लीए। पर सतगुरु कहते इन्हां विकारां तो कोई नहीं बचा सकता। उनते राखै बाप ना माई, उनते राखै मीत ना पाई, दरब सियानप ना होए रहते, साध संग ओ दुष्ट वस होते। सतगुरु कहते किसी माल असबाब दे नाल, किसी सियानप दे नाल इन्हां नूं वस विच नहीं कीता जा सकदा। ये केवल ते केवल साध संगत, जे कदे मनुख संगत विच आवे, चंगे गुणां दा धारनी हो जावे, ते सतगुरु पातशाह कहंदे ने भाई फिर ये मनुख जो है इसका बचाव हो सकता है। ये मनुख जो है बच सकता है सत्संगत के राही, चंगे गुणों के राही ही बचाव होंदा है। सतगुरु पातशाह बख्शिश करते हैं, 10 इंद्री कर राखै वास, तांकै आत्मै होए प्रगास। जिहड़ा मनुख इन्हां 10 इंद्रियां नूं अपने वश विच कर लैंदा है, ਉਹਦੇ विच जो है उस परमात्मा के नाम का प्रकाश होंदा है, ਉਹਦੀ आत्मा बलवान होती है, ਉਹਦੇ उत्ते विकार काबू नहीं कर सकते। विकारां नूं ਉਹ काबू कर लैंदा क्योंकि उन्हें अपनी इंद्रियां नूं वश कीता है। जिन्हां इंद्रियां दे राही विकार जो ने काम, क्रोध, लोभ, मोह, हंकार, ये मनुख के अंदर जो आके प्रवेश करते हैं जीवन के अंदर, इंद्रियां नूं वश विच कीते होए ने, इन्हां विकारां नूं अपने अंदर नहीं आउण देना, कदी आ नहीं सकते। ते सतगुरु पातशाह बाणी के अंदर बख्शिश करते हैं, इन्हां तो बचना बड़ा मुश्किल है। अनेक जतन करै इंद्री वस ना होई, काम क्रोध जलै सब कोई। तीजे सतगुरु कहते हैं अनेका मनुख यतन करता है, इंद्रियां वश विच नहीं होंदियां, ते काम क्रोध दे विच मनुख सड़दा ही रहिंदा है। सतगुरु सेवे मन वसियावै, मन मारे मने समाइंदा। मर के जो सतगुरु की सेवा करता है, जो सतगुरु की सेवा विच लग जाता है, गुरु के शब्द राही जीवन नूं बतीत करन दा यतन करता है, ये मन वश विच आ जाता। किथे मन लोभी होया सी, मनुख का कतल कर दिंदा सी, किसी का कतल करके मैं उन्होंने लुट लवां, 4 पैसे मेरे को इकट्ठे हो जान, किते किते सत्संगत नसीब हो गई ते जीवन बदली हो गया। फिर जो कमाउंदा है उस नूं मनुखता की भलाई चला लैंदा, वो मनुखता दे विच वंडी जा रहा। अज भी असीं देख रहे हाँ किते मनुखता मर रही है इस करोना वायरस के कारण, ते कई लोकी जो ने इस करोना के नां दे उत्ते लुट्टी जा रहे हैं, मनुखता नूं लुटिया जा रहा है। ते कई जो ने जिन्हां दे कोल गुरु का शब्द है, गुरु की बाणी है, जिन्हां दे कोल धर्म है, जिन्हां ने इंद्रियां नूं अपने वश विच कीता है, वो कहंदे ने नहीं भलिया, जे कदे तेरे कोल है किसी गरीब की सेवा कर, किसी जरूरतमंद की सेवा कर, कोई तेरे गवांढ दे उत्ते भुखा उन्होंने रोटी खवा दे, कोई राहगीर भुखा है
ਉਹਨੂੰ ਰੋਟੀ ਖਵਾ ਦੇ, ਕਿਸੇ ਦੀ ਜ਼ਰੂਰਤ ਪੂਰੀ ਕਰ ਲੈ। ਇੱਕ ਪਾਸੇ ਇੰਦਰੀਆਂ ਵਸ, ਇੰਦਰੀਆਂ ਪ੍ਰੇਰ ਰਹੀਆਂ ਨੇ, ਇਕੱਠਾ ਕਰ, ਹੋਰ ਇਕੱਠਾ ਕਰ, ਕਿੱਥੋਂ ਮੌਕਾ ਲੱਗੇਗਾ। ਜੋ ਤੇਰੇ ਕੋਲ ਨਕਲੀ ਵਿਕਦਾ ਹੈ ਵੇਚ ਕੇ ਦੁਨੀਆ ਦੇ ਕੋਲ ਇਕੱਠਾ ਕਰ। ਕਿਹਦੇ ਵਾਸਤੇ? ਆਪਣੇ ਵਾਸਤੇ। ਤੇ ਇੱਕ ਜੋਨੇ ਇੰਦਰੀਆਂ ਵਸ ਨਹੀਂ, ਜਿਨ੍ਹਾਂ ਦੇ ਉੱਤੇ ਇੰਦਰੀਆਂ ਦਾ ਜ਼ੋਰ ਨਹੀਂ, ਜਿਨ੍ਹਾਂ ਦੇ ਕੋਲ ਗੁਰੂ ਸ਼ਬਦ ਹੈ, ਜਿਨ੍ਹਾਂ ਦੇ ਕੋਲ ਧਰਮ ਹੈ, ਜਿਨ੍ਹਾਂ ਕੋਲ ਗਿਆਨ ਹੈ, ਉਹ ਅੰਦਰੋਂ ਦੀ ਆਵਾਜ਼ ਉੱਠਦੀ ਹੈ, ਭਾਈ ਭਲਿਆ ਜੋ ਤੇਰੇ ਕੋਲ ਹੈ ਭਰੋਸਾ ਰੱਖ, ਕੱਲ ਪ੍ਰਮਾਤਮਾ ਹੋਰ ਦੇਵੇਗਾ। ਅੱਜ ਕਿਸੇ ਜ਼ਰੂਰਤਮੰਦ ਦੀ ਆਪਣੇ ਕੋਲ ਜੋ ਤੇਰੇ ਹੈ ਉਹਦੇ ਵਿੱਚੋਂ ਜ਼ਰੂਰਤ ਪੂਰੀ ਕਰ। ਤੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਸਤਿਗੁਰ ਸੇਵੇ ਮਨ ਵਸ ਆਵੈ, ਮਨ ਮਾਰੇ ਮਨੇ ਸਮਾਇਂਦਾ। ਜਦੋਂ ਸਤਿਗੁਰੂ ਨੂੰ ਸੇਵਦਾ ਹੈ ਮਨ ਵਸ ਵਿੱਚ ਆਉਂਦਾ ਹੈ, ਤੇ ਜਦੋਂ ਮਨ ਨੂੰ ਵਸ ਵਿੱਚ ਕਰ ਲਵੇ, ਮਨ ਨੂੰ ਮਾਰ ਲੈਂਦਾ ਹੈ, ਤੇ ਫਿਰ ਉਸ ਅਕਾਲ ਪੁਰਖ ਵਿੱਚ ਸਮਾ ਜਾਂਦਾ ਹੈ। ਤੇ ਸਤਿਗੁਰੂ ਕਹਿੰਦੇ ਨੇ, ਭਾਈ ਮਨੁੱਖ, ਇਹ ਜੋ ਸਾਡੇ ਗਿਆਨ ਇੰਦਰੀ ਨੇ ਨਾ, ਰਸਨਾ ਹੈ, ਅੱਖਾਂ ਨੇ, ਸਾਡੇ ਕੰਨ ਨੇ, ਨਾਸਿਕਾ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਜੋ ਸਾਡੀ ਚਮੜੀ ਹੈ, ਇਹਨਾਂ ਨੂੰ ਵਸ, ਕਿਉਂਕਿ ਸਪਰਸ਼ ਜੋ ਹੈ ਨਾ ਚਮੜੀ, ਇਹ ਵੀ ਸਵਾਦ ਦਿੰਦੀ ਹੈ। ਇਹ ਸਵਾਦ ਦੇ ਵਸ ਹੋਇਆ ਮਨੁੱਖ ਕਿਤੇ ਕਾਮ ਦੇ ਵਿੱਚ ਜਾ ਕੇ ਲੁਪਤ ਹੋ ਜਾਂਦਾ, ਕਿਤੇ ਨਾਸਿਕਾ ਦੇ ਵਸ ਹੋਇਆ ਮਨੁੱਖ ਪਰਮਾਤਮਾ ਨੂੰ ਭੁੱਲਦਾ, ਕਿਤੇ ਜੀਵਾ ਦੇ ਵਸ ਹੋਇਆ ਮਨੁੱਖ, ਕਿਤੇ ਜੋ ਹੈ ਸ਼ਰਵਣਾ ਦੇ ਵਸ ਹੋਇਆ ਮਨੁੱਖ, ਕਿਤੇ ਨੇਤਰਾਂ ਦੇ ਰਾਹੀਂ ਇਹਦੇ ਅੰਦਰ ਵਿਕਾਰ ਆ ਰਹੇ ਨੇ। ਤੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਕੇ ਸਮਝਾਉਂਦੇ ਨੇ ਕਿ ਭਾਈ ਜਦੋਂ ਮਨੁੱਖ ਨੂੰ ਸੋਝੀ ਆ ਜਾਵੇ ਤੇ ਫਿਰ ਉਹਨੂੰ ਸਮਝ ਆ ਜਾਂਦੀ ਹੈ ਕਿ ਇਹਨਾਂ ਦਾ ਅਸਲ ਕਰਕੇ ਕਰਮ ਕੀ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਸਾਰ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਫਿਰ ਇਹ ਆਪਣੇ ਮਨ ਨੂੰ ਸਮਝਾਉਂਦਾ ਹੈ, ਮੇਰੀ ਜਿੰਦੜੀਏ, ਰਸਨਾ ਉਹੀਓ ਧਨ ਹੈ ਜਿਹੜੀ ਹਰੀ ਪ੍ਰਭੂ ਦੇ ਗੁਣ ਗਾਉਂਦੀ ਹੈ। ਸੇ ਸਰਵਣ ਭਲੇ ਸ਼ੋਭਨੀਕ ਹੈ ਮੇਰੀ ਜਿੰਦੜੀਏ, ਹਰ ਕੀਰਤਨ ਸੁਣੇ ਹਰ ਤੇਰੇ ਰਾਮ। ਉਹ ਕੰਨ ਜੋ ਨੇ ਉਹ ਭਲੇ ਨੇ, ਉਹ ਸ਼ੋਭਨੀਕ ਨੇ, ਉਹ ਚੰਗੇ ਨੇ, ਉਹ ਸੋਹਣੇ ਨੇ, ਐ ਮੇਰੀ ਜਿੰਦੜੀਏ, ਜਿਹੜੇ ਹਰੀ ਪ੍ਰਮਾਤਮਾ ਦੇ ਕੀਰਤਨ ਨੂੰ ਸੁਣਦੇ ਨੇ। ਫਿਰ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਸੋ ਸਰੀਰ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਏ ਲਗੇ ਗੁਰ ਪਿਆਰੇ ਰਾਮ। ਉਹ ਸਰੀਰ ਪ੍ਰਵਾਨ ਹੈ, ਭਲਾ ਹੈ, ਜਿਹੜਾ ਜਾ ਕੇ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਮੱਥਾ ਟੇਕਦਾ ਹੈ, ਸਰੀਰ ਜਾ ਕੇ ਗੁਰੂ ਦੇ ਕੋਲ ਬਹਿੰਦਾ ਹੈ, ਗੁਰੂ ਦੇ ਕੋਲ ਧਰਮ ਦੀ ਗੱਲ ਸੁਣਦਾ ਹੈ। ਤੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਗੁਰ ਵਿਟੋ ਨਾਨਕ ਵਾਰਿਆ ਮੇਰੀ ਜਿੰਦੜੀਏ, ਜਿਨ ਹਰ ਹਰ ਨਾਮ ਚ ਤੇਰੇ ਰਾਮ। ਸਤਿਗੁਰੂ ਬਖਸ਼ਿਸ਼ ਕਰਕੇ ਸਮਝਾਉਂਦੇ ਨੇ, ਭਾਈ ਮਨੁੱਖ, ਉਹ ਸਰੀਰ ਸਫਲ ਹੋ ਗਿਆ ਹੈ ਜਿਹੜਾ ਹਰ ਵੇਲੇ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਯਾਦ ਕਰ ਰਿਹਾ, ਚੇਤੇ ਵਿੱਚ ਰੱਖਦਾ ਹੈ। ਫਿਰ ਅੱਖਾਂ ਦੀ ਗੱਲ ਕਰਦੇ ਨੇ, ਅਸੀਂ ਰੋਜ਼ ਆਨੰਦ ਸਾਹਿਬ ਦੇ ਅੰਦਰ ਪੜ੍ਹਦੇ ਹਾਂ ਕਿ ਮਨਾ ਰੋਜ਼ ਸਵਾਲ ਕਰਿਆ ਕਰ, ਰੋਜ਼ ਸਵਾਲ ਕਰਿਆ ਕਰ ਆਪਣੇ ਸਰੀਰ ਨੂੰ, ਇਹ ਸ਼ਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸ਼ਰੀਰਾ ਜਾਂ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਓ ਚਿਤ ਲਾਇਆ। ਸਤਿਗੁਰੂ ਸਮਝਾ ਰਹੇ ਨੇ ਕਿ ਰੋਜ਼ ਸਰੀਰ ਤੋਂ ਪੁੱਛ, ਤੇ ਨਾਲ ਦੱਸਦੇ ਨੇ ਭਾਈ ਸਰੀਰ ਪ੍ਰਵਾਨ ਕਿਹੜਾ ਹੈ। ਇਹ ਨੇਤਰੋ ਹਰ ਤੁਮੇ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨੇ ਆਲਿਆ। ਨੇਤਰਾਂ ਤੋਂ ਪੁੱਛ ਭਾਈ ਤੁਹਾਡਾ ਸੰਸਾਰ ਦੇ ਅੰਦਰ ਕਰਮ ਕੀ ਹੈ। ਤੇ ਗੁਰੂ ਦੱਸਦਾ ਹੈ ਕਿ ਤੁਹਾਨੂੰ ਸੰਸਾਰ ਦੇ ਅੰਦਰ ਇਹ ਨੇਤਰ ਜੋ ਨੇ, ਤੁਹਾਡਾ ਕਰਮ ਕੀ ਹੈ, ਤੁਸੀਂ ਕਰਨਾ ਕੀ। ਕੰਨਾਂ ਤੋਂ ਪੁੱਛ, ਇਹ ਸ਼ਰਵਣੋ ਮੇਰਿਓ ਸਾਚੈ ਸੁਣਨਾ ਨੋ ਪਠਾਏ, ਸਾਚੈ ਸੁਣਨਾ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਕੰਨਾਂ ਦੇ ਕੋਲੋਂ ਪੁੱਛ ਕਿ ਭਾਈ ਤੁਸੀਂ ਸੰਸਾਰ ਦੇ ਅੰਦਰ ਪਰਮਾਤਮਾ ਨੇ ਤੁਹਾਨੂੰ ਕਿਉਂ ਭੇਜਿਆ, ਤੁਸੀਂ ਕਿਹੜੇ ਧਰਮ ਦੇ ਕਰਮ ਕਮਾਏ ਜਾਂ ਨਹੀਂ, ਤੇ ਇਹਨਾਂ ਨੂੰ ਦੱਸ ਕਿ ਤੁਹਾਨੂੰ ਸੰਸਾਰ ਦੇ ਅੰਦਰ ਭੇਜਿਆ ਕਿਉਂ ਗਿਆ, ਕਿਉਂ ਮਿਲੇ ਹੋਏ। ਇਹ ਸਤਿਗੁਰੂ ਬਾਣੀ ਦੇ ਅੰਦਰ ਸਮਝਾ ਰਹੇ ਨੇ, ਤੇ ਬਾਣੀ ਸੋਝੀ ਦੇ ਰਹੀ ਹੈ। ਤੇ ਸਤਿਗੁਰੂ ਨਾਲ ਹੀ ਸਮਝਾ ਰਹੇ ਨੇ, ਗੰਦਨ ਵੈਣ ਸੁਣੇ ਉਰਜਾਵੇਂ, ਨਾਮ ਲੈ ਹਲਕਾਇਆ, ਕਿ ਗੰਦੇ ਗੀਤ ਸੁਣਨ ਦੇ ਵਿੱਚ ਹਰ ਵੇਲੇ ਉਲਝਿਆ ਰਹਿੰਦਾ, ਕਦੀ ਥੱਕਦਾ ਨਹੀਂ, ਕਦੀ ਸਮੇਂ ਦਾ ਇਹਨੂੰ ਪਤਾ ਨਹੀਂ ਲੱਗਦਾ, ਸੁਣੀ ਜਾ ਰਿਹਾ, ਪਰ ਜਦੋਂ ਨਾਮ ਲੈਣ ਦੀ ਵਾਰੀ ਆਉਂਦੀ ਆਲਸ ਕਰਦਾ, ਗੁਟਕਾ ਹੱਥ ਚ ਫੜ ਲਿਆ, ਤੇ ਫਿਰ ਘੜੀ ਵੱਲ ਦੇਖਦਾ ਹੈ ਕਿੰਨੀ ਛੇਤੀ ਖਤਮ ਹੋਵੇਗਾ। ਕਿਤੇ ਗੁਰੂ ਘਰ ਚ ਚਲਾ ਗਿਆ, ਫਿਰ ਘੜੀ ਵੱਲ ਵੇਖਦਾ ਹੈ ਕਿੰਨੀ ਛੇਤੀ ਦੀਵਾਨ ਸਮਾਪਤ ਹੋਵੇਗਾ। ਤੇ ਜੇ ਕਿਤੇ ਗੰਦਨ ਵੈਨ ਸੁਣਨ ਵਾਸਤੇ ਬਹਿ ਜਾਵੇ, ਕਿਤੇ ਕਿਸੇ ਫਿਲਮ ਨੂੰ ਦੇਖਣ ਬਹਿ ਜਾਵੇ, ਫਿਰ ਮਨ ਰਜਦਾ ਹੀ ਨਹੀਂ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਭਾਈ ਮਨੁੱਖ, ਇੱਥੇ ਤੇ ਨੇਤਰ ਭਲੇ ਪ੍ਰਵਾਨ ਹੈ ਮੇਰੀ ਜਿੰਦੜੀਏ,
जो साधु सतगुरु देखे राम ते हस्त पुनीत पवित्र है मेरी जिंदड़ीए, जो हर जस हर हर लेखे राम। अखां वो प्रवान ने जिहड़ियां गुरु दे दर्शन करदियां, हत्थ वो प्रवान ने पवित्र ने जिहड़े हरि दे जस नूं लिखदे ने। तिन जन कै सतगुरु पातशाह कहते हैं तिन जन कै पग नित पूजी है मेरी जिंदड़ीए, जो मार्ग धर्म चले से राम। उन्हां बंदियां दे हर वेले चरण पूजीए ਜਿਹੜੇ ਧਰਮ ਦੇ ਮਾਰਗ ਦੇ ਉੱਤੇ ਚੱਲਦੇ ਨੇ। ਤੇ ਮਾਰੇ ਕਿ ਨਾਨਕ ਤਿੰਨ ਬਿੱਟੋਂ ਵਾਰਿਆ ਮੇਰੀ ਜਿੰਦੜੀਏ, ਹਰ ਸੁਣ ਹਰ ਨਾਮ ਮਨੇਸੇ ਦਾ। ਤੇ ਸਤਿਗੁਰੂ ਪਾਤਸ਼ਾਹ ਨੇ ਸਮਝਾਉਣ ਦਾ ਯਤਨ ਕੀਤਾ, ਭਾਈ ਮਨੁੱਖ ਇਹ ਜੋ ਤੇਰੇ ਗਿਆਨ ਇੰਦਰੇ ਨੇ ਇਹਨਾਂ ਨੂੰ ਆਪਣੇ ਵਸ ਵਿੱਚ ਕਰ, ਸਮਝਣ ਦਾ ਯਤਨ ਕਰ। ਇਹ ਲੱਭੇ ਕਿਸ ਵਾਸਤੇ ਨੇ? ਨਹੀਂ ਤਾਂ ਫਿਰ ਇੱਕ ਗੱਲ ਚੇਤੇ ਰੱਖੀ, ਮਿੱਥਿਆ ਸ਼ਰਵਣ ਪਰ ਨਿੰਦਾ ਸੁਣੇ, ਮਿੱਥਿਆ ਹਸਤ ਪਰ ਦਰਬ ਕੋ ਹਿਰੇ, ਮਿੱਥਿਆ नेत्र पेखत पर त्रिया रूपाद, मिथ्या रसना भोजन अनस्वाद, मिथ्या चरण पर विकार को धाने, मिथ्या मन पर लोभ लिवावे, मिथ्या तन नहीं पर उपकारा। एक एक जो साडा ज्ञान इंद्रा ओनू सतगुरु कह रहे ने मिथ्या है। जे कदे वो अपने जिस मकसद वास्ते संसार के अंदर सानू लभा असीं उस मकसद नूं पा नहीं रहे, कन पराई निंदा सुन रहे ने, हथ जो ने वो दूजे दे हक नूं मार रहे ने, ते फिर जे कदे अखां किसी दूजे दे रूप नूं देख रही ने, रसना जो है वो जे कदे भोजन के स्वादां विच मस्त है, ते जे कदे साडे पैर ने वो विकारां वाले पासे जा रहे ने। ते पातशाह कहंदे ने भाई एक गल चेते रखी, मिथ्या तन नहीं पर उपकारा, जे कदे तन पर उपकार नहीं कर रहा, मिथ्या बास लैत विकारा, बिन बूझे मिथ्या सब ते सफल दे नानक हर हर नाम दे। शरीर दे किहड़ा परवान है जिहड़ा परमात्मा दा नाम जपदा है। महाराज कहंदे ने जिहड़ा परमात्मा दी बंदगी विच है, नैन ना देखे नैन से नैन बिहालिया, करन सुनी नाद करन मुंद घालिया, रसना जपै ना नाम तिल तिल कर कटी है, जब बिसरै गोबिंद राय हरिया, जब बिसरै गोबिंद राय दिनों दिन कटी है। सतगुरु पातशाह बाणी दे अंदर समझाउंदे ने भाई ये जो कर्म इंद्रे ने ना, इन्हां दे वस विच ना रह, किते ज्ञान इंद्रियां दे वस विच ना रह, तो इन्हां इंद्रियां नूं अपने वस विच करके अपने जीवन नूं सफल करन दा यतन कर। भाई गुरदास जी ने भी इहो गल समझाउण दी यतन कीती, त्रिग सिर जो गुर ना निवै गुर लगै ना चरनी। वो सिर जो है वो त्रिग है जिहड़ा गुरु नूं निवदा नहीं, गुरु दे चरनां दे नाल जुड़दा नहीं। त्रिग लोहिन गुर दर्श बिन पेखै पर तरनी, त्रिग श्रवण उपदेश बिन सुन सुरत ना धरनी, त्रिग जेवा गुर शब्द बिन होर मंत्र सिमरनी, बिन सेवा त्रिग हाथ पैर होर निफल करनी, पीर मुरीदा पिरहड़ी सुख सतगुर शरणी। भाई गुरदास जी भी दस रहे ने भाई किहड़े जो साडे इंद्रे ने किस किस तरीके दे नाल वो प्रवान हो सकते ने, ते किस तरीके दे नाल वो विकारां वाले पासे सानू लैके जा रहे ने। विकारां तो बचण दे वास्ते सानू इन्हां इंद्रियां नूं अपने वस विच करना है। सो शब्द दे अंदर भगत जी बख्शिश कर रहे ने, देई गावा जियो तर मैं तो बसे पंच किरसाना। कहंदे ने इस शरीर रूपी पिंड दे अंदर ग्रां दे अंदर इत्थे पंज किरसान जो ने वो वस रहे ने, ते ये आत्मा जो है इत्थे दी चौधरी है। नैनो नगटो श्रवणो रसपत इंद्री किया न माना, अखां नक कन ते फिर ये जेबा रसां दी पति जेबा, ते फिर विकार कमाउण वाले इंद्रियां, इन्हां ने गल नूं नहीं मनिया। बाबा अब ना बसो ए गांव, ऐ बाबा मैं हुण इस ग्रां दे अंदर इस पिंड दे अंदर बसना नहीं चाहुंदा। करी करी का लेखा मंगै कायत चेतू नाव, इत्थे कड़ी कड़ी दा मेरे तो लेखा मंगया जा रहा है। इत्थे दा पटवारी जो है, इत्थे दे जिहड़े कायत कातर ते चेतू ने, ये मेरे तो लेखा मंग रहे ने। रहाओ धर्म राय जब लेखा मंगै बाकी निकसी भारी। सत भगत जी कह रहे ने भाई जो धर्मराज ने लेखा मंगया फिर बहुत वड्डा बैलेंस बचिया। पाप विकार बहुत सन, पाप बहुत सन, जीवन के अंदर भैड़े कर्म ज्यादा निकले ते धर्म के कर्म घट निकले, ते बकाया जो सी वो धर्म का ज्यादा निकल गया।
पंच किरसान वा पाग के लै बांधिओ जियो दरबारी। कहते ने जिहड़े पंजे दे पंज किरसान सन ये सारे दे सारे नस गए ने ते फिर ये जिहड़ी आत्मा सी इस नूं दरबारियां ने बन लिया। कह कबीर सुनोरे संतो खेत ही करो निवेरा। कबीर जी बख्शिश कर रहे हैं संत जनो इस शरीर रूपी खेत दे हुंदियां ही निवेड़ा कर लो। इन्हां इंद्रियां नूं अपने वश विच रखो अते विकारां तो बच के जीवन नूं जी लवो। अब की बार बख्श बंदे को बौर ना पाओ जल फेरा। ते अरदास करिया करो ऐ अकाल पुरख परमात्मा इस वार अपने इस बंदे नूं बख्श लै ताकि इस शरीर दे हुंदियां ही तेरे गुणां नूं गा गा के तेरे सिद्धांतां नूं अपने जीवन दे विच वसा के तेरे गुणां अनुसार जीवन नूं धारण करके उन्हां गुणां नूं धारण करके जीवन जी के इस वार ही लेखा मुक जावे। अब की बार बख्श बंदे को बौर ना पवजल फेरा। ऐ किरपा करो अकाल पुरख वाहिगुरू बख्शिश करो कि तुहाडे नाम दे नाल जप के इन्हां इंद्रियां नूं अपने वश विच करके विकार रहत जीवन जी के इत्थों ही जीवन दी जो प्रवानगी हो जावे। बार बार दा जमना ते मरना मुक जावे। इहो गल सतगुरां ने उस सज्जन ठग नूं समझाई सी भलिया तू इंद्रियां वस होके धर्मसाल तां बनाई है पर इंद्रियां वस होके लोकां दे कतल कर रहे हैं लोकां नूं लुट रहे हैं। केवल धर्म दा स्थान ते लिबास है तेरे कोल। ते फिर वो चरनां दे उत्ते ढह पिया सी जदों सतगुरां ने कहा सी सज्जन सही नाल मैं चलदियां नाल चलन जिथे लेखा मंगिया तिथे कड़े दी सन। वो एकदम चरनां दे उत्ते ढह गया रो रो के गुरु पातशाह दे चरण धो दिते ते फिर चंगा जीवन जो सी पाक साफ जी के धर्म दा प्रचारक बनिया। इहो गल सतगुरां ने कोडे भील नूं समझाई सी जिहड़ा मनुखां नूं उखारिया सी ते आखिर उसने उन्हां भैड़े कर्मां नूं छड्ड के फिर गुरु दा सिख बन के गुरु दे अनुसार जीवन जी के धर्म दा प्रचारक बनिया सी। सो आओ जदों इंद्रियां वस हो जांदियां ने मनुख धर्मी हो जाता है। जदों मनुख इंद्रियां दे वस बह जाता है उदों विकारां दे वस बन के रह के विकारी जीवन जिउंदा है। ते फिर दोवें ही गल्लां ने या निरंकारी जीवन है या विकारी जीवन है। निरंकारी जीवांगे निरंकार कोल प्रवान हो जावांगे विकारी जीवांगे संसारी बन के संसार विच ही भटकदे रहांगे। बोलदियां जरूर वध घट लफी निकले होणगे संगत बख्शण योग है सब खिमा करोगे। बहुत बहुत धन्यवाद। वाहिगुरू जी का खालसा वाहिगुरू जी की